लाही हमारी। सतगुर आयो शरण तुहारी। चवर छतर तखत दे मालिक, शाह शहनशाह पिता सतगुरु श्री गुरु ग्रंथ साहिब महाराज जी दी पावन मुकद्दस गोद विच हाजरीन। गुरु सवारी साध संगत जी प्यार नाल गुर बख्शिश गुर फतेह दी सांझ करिए। आखो जी वाहिगुरु जी का खालसा वाहिगुरु जी की फतेह। दीन दुनिया दे मालिक शब्द गुरु श्री गुरु ग्रंथ साहिब जी महान महान कृपा कर रहे हैं। अमृत वेले तो तखत साहिब पर शोभायमान होकर सिख संगतां नूं दीदार बख्शिश कर रहे ने। नाल नाल अमृत बाणी दी रहमत करते हुए अमृत वेले दे नितनेम होए। इलाही बाणी श्री आसा जी की वार दे कीर्तन गुरु घर दे कीर्तनिया सिखा ने आप संगत नूं सरवण कराए हैं। सो हुण समा होया है गुरुदेव जी वल्लों बख्शिश कीते हुए गुरवाक दा जो आपां गुरवाक दी विचार नाल जुड़ना है। सो आओ सारी संगत प्यार नाल आखो सतनाम श्री वाहिगुरु साहिब जी। वडहंस महला तीजा शंत एक ओंकार सतगुर प्रसाद। अपने पिर कै रंग रती मोइए सुबवंती नारे। सच्चे शब्द मिल रही मोइए पिर रावे भाए प्यारे। धन धन साहिब श्री गुरु अमरदास महाराज जी वडहंस राग विच अंकित पावन अंग नंबर 567 ਅਤੇ 68 ਉੱਪਰ सुशोभित ਸ਼ੰਤ ਦੇ ਸ਼ਬਦ ਰਾਹੀਂ ਸੁਨੇਹਾ ਬਖਸ਼ਦੇ ਹਨ। ਆਰੰਭਤਾ ਵਿੱਚ ਕਿਰਪਾ ਕਰਦੇ ਇੱਕ ਓੰਕਾਰ सतगुर प्रसाद। परमात्मा ला शरीक है, एक है। आपां नूं धन साहिब श्री गुरु ग्रंथ साहिब महाराज जी ने ये महान कृपालता करके ज्ञान बख्शिया कि संसार नूं पैदा करके पालन ते संभालण वाला केवल एक ही है। बड़े भरम भुलेखे हैं। भरम भुलेखे निवृत्त हो जान गुरु अगे अरदास करते रहिए। गुरा एक देह बुझाई सबना जियां का एक दाता सो मैं विसर न जाई। ये मालिक तुसा ये सिक्ख्या सिखाई है कि सबना जियां का एक दाता एक ही परमात्मा है। ये सिक्ख्या मेरे जीवन विच वसी रहे।
ਕਦੇ ਮੇਰੇ ਮਨ ਵਿੱਚ ਇਹ ਭੁਲੇਖਾ ਨਾ ਪਵੇ ਕਿ ਕੋਈ ਇੱਕ ਤੋਂ ਬਾਅਦ ਦੂਜਾ ਵੀ ਇਸ ਸੰਸਾਰ ਵਿੱਚ ਆਪਣੀ ਹੈਸੀਅਤ ਰੱਖਦਾ ਏ। ਸਤਿਗੁਰ ਪ੍ਰਸਾਦ ਐਸਾ ਪਰਮਾਤਮਾ ਜਿਹੜਾ ਵਿਆਪਕ ਤਾਂ ਕਣ ਕਣ ਵਿੱਚ ਹੈ, ਹਰ ਥਾਂ ਉਹਦੀ ਮੌਜੂਦਗੀ ਹੈ, ਪਰ ਉਸ ਪਰਮਾਤਮਾ ਦੇ ਮਿਲਾਪ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਗੁਰੂ ਹੀ ਜੀਵ ਨੂੰ ਪਰਮਾਤਮਾ ਨਾਲ ਮਿਲਾ ਸਕਦਾ ਹੈ। ਸ਼ਬਦ ਦੀ ਆਰੰਭਤਾ ਕਰਦੇ ਆ ਪਾਤਸ਼ਾਹ ਜੀ, ਆਪਨੜੇ ਆਪਣੇ ਪਿਰ ਕੈ ਰੰਗ ਰਤੀ ਮੋਈਏ, ਸੋਭਾਵੰਤੀ ਨਾਰੇ। ਗੁਰਬਾਣੀ ਨੇ ਇੱਕ ਫੈਸਲਾ ਦਿੱਤਾ ਹੈ, ਏਕਾ ਪੁਰਖ ਸਵਾਈ ਨਾਰ। ਪਰਮਾਤਮਾ ਪੁਰਖ ਰੂਪ ਹੈ, ਸੰਸਾਰ ਦੇ ਸਾਰੇ ਜੀਵ ਇਸਤਰੀ ਰੂਪ ਨੇ। ਗੁਰਬਾਣੀ ਵਿੱਚ ਬਹੁਤ ਵਾਰੀ ਇਸ ਜੀਵ ਆਤਮਾ ਨੂੰ ਪ੍ਰਭੂ ਪਤੀ ਪਰਮਾਤਮਾ ਦੇ ਮਿਲਾਪ ਦਾ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਆ। ਤਾਂ ਅੱਜ ਵੀ ਮਹਾਰਾਜ ਇਸੇ ਪ੍ਰਕਰਨ ਨੂੰ ਮੁੱਖ ਰੱਖ ਕੇ ਚੱਲਦੇ, ਆਪਣੇ ਪਿਰ ਕੈ ਰੰਗ ਰਤੀ ਮੋਈਏ। ਮੋਈਏ ਦਾ ਅਰਥ ਹੈ ਸੰਸਾਰ ਦੇ ਮਾਇਕੀ ਪਦਾਰਥਾਂ ਦੇ ਵਿਕਾਰਾਂ ਤੋਂ ਮੁਕਤ ਹੋ ਚੁੱਕੀ ਜੀਵ ਰੂਪ ਇਸਤਰੀ। ਸੰਸਾਰ ਦੇ ਜਿਹੜੇ ਵਿਕਾਰ ਨੇ ਉਹਨਾਂ ਤੋਂ ਆਜ਼ਾਦ ਹੋ ਚੁੱਕੀ ਜਿਹੜੀ ਸ਼ਖਸੀਅਤ ਹੈ, ਉਸ ਨੂੰ ਮਹਾਰਾਜ ਜੀ ਕਹਿੰਦੇ ਆਪਣੇ ਪਿਰ ਕੈ ਰੰਗ ਰਤੀ। ਉਹ ਜੀਵ ਸ਼ਖਸੀਅਤ ਆਪਣੇ ਪ੍ਰਭੂ ਪਰਮਾਤਮਾ ਦੇ ਰੰਗ ਵਿੱਚ ਰੰਗੀ ਗਈ। ਕਿਉਂਕਿ ਦੇਖੋ ਦੋ ਹੀ ਰੰਗ ਨੇ, ਇੱਕ ਸੰਸਾਰ ਦੇ ਵਿਕਾਰਾਂ ਦਾ ਹੈ, ਦੂਸਰਾ ਪ੍ਰਭੂ ਪਰਮਾਤਮਾ ਦੇ ਪਿਆਰ ਦਾ ਹੈ। ਕਿਸੇ ਇੱਕ ਰੰਗ ਵਿੱਚ ਤਾਂ ਮਨੁੱਖ ਜ਼ਰੂਰ ਰੰਗਿਆ ਹੀ ਜਾਵੇਗਾ। ਜਿਹੜਾ ਪ੍ਰਭੂ ਪਰਮਾਤਮਾ ਤੋਂ ਟੁੱਟ ਗਿਆ ਉਹ ਦੁਨੀਆ ਦੇ ਰੰਗ ਵਿੱਚ ਉਲਝ ਗਿਆ। ਤੇ ਜਿਹਨੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਲਈ ਕੋਸ਼ਿਸ਼ ਕੀਤੀ, ਯਤਨ ਕੀਤੀ, ਉਹ ਪ੍ਰਭੂ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ। ਦੁਨੀਆ ਦੇ ਰੰਗ ਨੂੰ ਫਿੱਕੇ ਤੇ ਝੂਠੇ ਲੱਗਣ ਲੱਗ ਪਏ। ਬਾਣੀ ਕਹਿੰਦੀ ਦੁਨੀਆ ਰੰਗ ਨਾ ਆਵੇ ਨੇੜੇ, ਫਿਰ ਦੁਨੀਆ ਦੇ ਰੰਗ ਭਾਵ ਦੁਨੀਆ ਦੇ ਵਿਕਾਰ ਉਹਦੇ ਜੀਵਨ ਤੋਂ ਦੂਰ ਚਲੇ ਜਾਂਦੇ ਨੇ। ਗੁਰਬਾਣੀ ਵਿੱਚ ਸ਼ਬਦ ਅੰਕਿਤ ਹੈ, ਨਸ ਵੰਝੋ ਕਿਲ ਵਿਖੋ ਕਰਤਾ ਘਰ ਆਇਆ ਰਾਮ। ਜਿਹਦੇ ਜੀਵਨ ਵਿੱਚ ਪਰਮਾਤਮਾ ਪ੍ਰਗਟ ਹੋ ਜਾਵੇ ਉਹਦੇ ਜੀਵਨ ਦੇ ਵਿਕਾਰ ਦੂਰ ਚਲੇ ਜਾਂਦੇ ਨੇ, ਤੇ ਉਹੀ ਮਨੁੱਖ ਫਿਰ ਸੰਸਾਰ ਵਿੱਚ ਸੋਭਾ ਪਾਉਂਦਾ ਹੈ, ਸੋਭਾਵੰਤੀ ਨਾਰੀ। ਕਿਉਂਕਿ ਚਾਹੁੰਦਾ ਹਰ ਇਨਸਾਨ ਹੀ ਹੈ ਕਿ ਮੇਰੀ ਸੰਸਾਰ ਵਿੱਚ ਵਡਿਆਈ ਹੋਵੇ, ਸਾਰੇ ਸੰਸਾਰ ਵਿੱਚ ਮੇਰੀ ਇੱਜ਼ਤ ਹੋਵੇ। ਪਰ ਮਹਾਰਾਜ ਜੀ ਕਹਿੰਦੇ ਸੰਸਾਰ ਵਿੱਚ ਵਡਿਆਈ ਲੈਣ ਵਾਸਤੇ, ਸੰਸਾਰ ਵਿੱਚ ਇੱਜ਼ਤ ਪ੍ਰਾਪਤ ਕਰਨ ਲਈ ਰਸਤਾ ਸਹੀ ਚੁਣਨਾ ਚਾਹੀਦਾ। ਕਿਉਂਕਿ ਬਹੁਤ ਵਾਰੀ ਸੰਸਾਰ ਦਾ ਮਨੁੱਖ ਗਲਤ ਰਸਤੇ 'ਤੇ ਚੱਲ ਕੇ ਆਪਣੀ ਸੰਸਾਰ ਵਿੱਚ ਉੱਚੀ ਪਦਵੀ ਸਥਾਪਿਤ ਕਰਨੀ ਚਾਹੁੰਦਾ ਹੈ, ਪਰ ਸੰਸਾਰ ਦੇ ਚੁਣੇ ਹੋਏ ਗਲਤ ਰਸਤਿਆਂ 'ਤੇ ਚੱਲ ਕੇ 4 ਦਿਨਾਂ ਵਾਸਤੇ ਬੰਦੇ ਦੀ ਵਡਿਆਈ ਹੋ ਸਕਦੀ ਹੈ, ਜੈ ਜੈਕਾਰ ਹੋ ਸਕਦੀ ਹੈ। ਪਰ ਅਸਲ ਵਿੱਚ ਜਿਹੜਾ ਮਨੁੱਖ, ਬਾਣੀ ਕਹਿੰਦੀ ਤਿਸ ਜਨ ਕੇ ਪੱਗ ਨਿਤ ਪੂਜੀ ਹੈ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇ ਸਹਿਰਾਮ। ਕਹਿੰਦੇ ਅਸਲ ਵਿੱਚ ਵੱਡਾ ਤਾਂ ਉਹ ਹੈ, ਪੂਜਣ ਯੋਗ ਤਾਂ ਉਹੀ ਹੈ, ਸਤਿਕਾਰ ਯੋਗ ਤਾਂ ਉਹੀ ਹੈ, ਜੋ ਮਾਰਗ ਧਰਮ ਚਲੇ ਸਹਿਰਾਮ, ਜੋ ਧਰਮ ਦੇ ਮਾਰਗ 'ਤੇ ਚੱਲਦਾ। ਕਿਉਂਕਿ ਧਰਮ ਦਾ ਮਾਰਗ ਕੇਵਲ ਆਪਣੇ ਲਈ ਨਹੀਂ ਹੁੰਦਾ। ਧਰਮ ਦੇ ਮਾਰਗ 'ਤੇ ਚੱਲਣ ਵਾਲਾ ਇਨਸਾਨ ਹਮੇਸ਼ਾ ਪਰਉਪਕਾਰੀ ਹੁੰਦਾ। ਦੇਖੋ ਜਿਹੜਾ ਬੰਦਾ ਆਪਣੇ ਲਈ ਜਿਉ ਰਿਹਾ ਹੈ, ਸੰਸਾਰ ਉਹਦੀ ਵਡਿਆਈ ਕਿਉਂ ਕਰੇਗਾ? ਉਹ ਤੇ ਆਪਣੇ ਲਈ ਜਿਉ ਰਿਹਾ ਨਾ। ਆਪਣੇ ਪੱਧਰ 'ਤੇ ਉਹਨੇ ਜੋ ਕੁਛ ਮਰਜ਼ੀ ਹਾਸਲ ਕਰ ਲਿਆ, ਉੱਚਾ ਮੁਕਾਮ, ਅਹੁਦਾ, ਸਹੂਲਤਾਂ, ਸਾਧਨ, ਕਿਸੇ ਨੂੰ ਤੇ ਕੋਈ ਫਾਇਦਾ ਨਹੀਂ ਨਾ, ਆਪਣੇ ਲਈ ਹੈ। ਸੰਸਾਰ ਤਾਂ ਉਹਦੀ ਵਡਿਆਈ ਕਰੇਗਾ ਜਿਹੜਾ ਸੰਸਾਰ ਲਈ ਕੁਛ ਕਰੇਗਾ। ਤੇ ਸੰਸਾਰ ਲਈ ਉਹੀ ਬੰਦਾ ਕੁਝ ਕਰ ਸਕਦਾ ਹੈ ਜਿਹਦੇ ਅੰਦਰ ਧਰਮ ਦੀ ਛੋਹ ਪ੍ਰਾਪਤ। ਵਰਨਾ ਬੰਦੇ ਦੇ ਅੰਦਰ ਮੋਹ ਹੈ, ਲਾਲਚ ਹੈ, ਆਪਣੇ ਲਈ ਸਭ ਕੁਝ ਕਰੇਗਾ। ਪਰਉਪਕਾਰ ਤਾਂ ਉਦੋਂ ਹੀ ਪੈਦਾ ਹੋਵੇਗਾ ਜਦੋਂ ਪਰਮਾਤਮਾ ਦਾ ਪਿਆਰ ਅੰਦਰ ਵਸੇਗਾ। ਤੇ ਜਦੋਂ ਬੰਦਾ ਪਰਉਪਕਾਰ ਕਰੇਗਾ ਫਿਰ ਇਸ ਸੰਸਾਰ ਵਿੱਚ ਉਹਦੀ ਪਦਵੀ ਜਿਹੜੀ ਹੈ ਅਟੱਲ ਹੋਵੇਗੀ,
ਬਾਣੀ ਨੇ ਆਖਿਆ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈ। ਸੇਵਾ ਕਰਨ ਵਾਲਿਆਂ ਦਾ ਸਮਾਜ ਵਿੱਚ ਸੰਸਾਰ ਵਿੱਚ ਵੀ ਸਤਿਕਾਰ ਹੁੰਦਾ ਹੈ ਤੇ ਰੱਬ ਦੇ ਘਰ ਵਿੱਚ ਵੀ ਉਹਨਾਂ ਨੂੰ ਵਡਿਆਈ ਮਿਲਦੀ ਹੈ। ਅੱਗੇ ਮਹਾਰਾਜ ਜੀ ਕਿਰਪਾ ਕਰਦੇ, ਸੱਚੈ ਸ਼ਬਦ ਮਿਲ ਰਹੀ ਮੋਈਏ ਫਿਰ ਰਾਵੇ ਭਾਏ ਪਿਆਰੇ। ਕਹਿੰਦੇ ਕਿੰਨੀ ਦੁਨੀਆ ਰੁਲਦੀ ਫਿਰਦੀ ਹੈ, ਕੌਣ ਰੁਲਦੇ ਆ? ਬਾਣੀ ਕਹਿੰਦੀ ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਓ ਐਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਓ। ਵੇਖੋ ਟਿਕਾਣੇ ਤੋਂ ਬਿਨਾਂ ਬੰਦਾ ਰੁਲਦਾ। ਆਪਾਂ ਜਿਸ ਇਨਸਾਨ ਕੋਲੇ ਰਹਿਣ ਲਈ ਘਰ ਨਹੀਂ ਹੈ, ਵੇਖੋ ਆਹ ਦੇਸ਼ ਜਿੱਥੇ ਤੁਸੀਂ ਰਹਿੰਦੇ ਹੋ ਸੋਹਣੇ ਦੇਸ਼ ਨੇ, ਸਾਰੇ ਤਰ੍ਹਾਂ ਦੀਆਂ ਸਹੂਲਤਾਂ ਨੇ, ਪਰ ਕਈ ਦੁਰਭਾਗੇ ਇਨਸਾਨ ਇੱਥੇ ਵੀ ਨੇ ਜਿਨ੍ਹਾਂ ਕੋਲੇ ਕੋਈ ਆਪਣਾ ਘਰ ਨਹੀਂ। ਆਪਾਂ ਹੋਰ ਵੀ ਵਿਦੇਸ਼ਾਂ 'ਚ ਜਾਂਦੇ ਹਾਂ, ਦੇਖਦੇ ਹਾਂ, ਦੂਰ ਬੈਠਿਆਂ ਨੂੰ ਲੱਗਦਾ ਕਿ ਉਹ ਦੇਸ਼ ਬੜੇ ਚੰਗੇ ਆ, ਪਰ ਜਿਹਦੇ ਕੋਲੇ ਥਾਂ ਹੀ ਨਹੀਂ, ਕੋਈ ਟਿਕਾਣਾ ਹੀ ਨਹੀਂ ਰਹਿਣ ਲਈ, ਉਹਦੇ ਵਾਸਤੇ ਤੇ ਨਰਕ ਆ, ਉਹਦੇ ਲਈ ਕੋਈ ਖੁਸ਼ੀ ਨਹੀਂ ਹੈ। ਇਵੇਂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਇਨਸਾਨਾਂ ਨੇ ਰੱਬ ਦਾ ਨਾਮ ਵਿਸਾਰਤਾ, ਤਿੰਨਾਂ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ ਇੱਥੇ ਦੁੱਖ ਘਨੇਰਿਆ। ਇੱਥੇ ਵੀ ਉਹ ਰੁਲਦੇ ਹੀ, ਪਰ ਅੱਗੇ ਪਰਮਾਤਮਾ ਦੇ ਘਰ ਵਿੱਚ ਵੀ ਕੋਈ ਟਿਕਾਣਾ ਨਹੀਂ। ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਓ। ਬਗਾਨਾ ਦੇਸ਼ ਹੋਵੇ, ਕੋਈ ਆਪਣਾ ਹੋਵੇ ਨਾ, ਟਿਕਾਣਾ ਕੋਲ ਕੋਈ ਨਾ ਹੋਵੇ, ਬੰਦਾ ਕਿੰਨਾ ਦੁਖੀ ਹੋਵੇਗਾ। ਹੁਣ ਜਦੋਂ ਪਰਲੋਕ 'ਚ ਜਾਣਾ ਹੈ, ਆਪਣਾ ਕੋਈ ਉੱਥੇ ਦਿਸਦਾ ਨਹੀਂ ਹੈ, ਟਿਕਾਣਾ ਕੋਈ ਹੈ ਨਹੀਂ ਹੈ, ਫਿਰ ਇਹ ਜੀਵਾਤਮਾ ਰੁਲਦੀ ਹੈ। ਬਾਣੀ ਕਹਿੰਦੀ ਅਨ ਕਾਏ ਰਾਤੜਿਆ ਵਾਟ ਦੋਹੇਲੀ ਰਾਮ ਪਾਪ ਕਮਾਵੰਦਿਆਂ ਤੇਰਾ ਕੋਈ ਨਾ ਬੇਲੀ ਰਾਮ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛਤਾਵਹਿ ਗੁਣ ਗੋਪਾਲ ਨ ਜਪਹਿ ਰਸਨਾ ਫਿਰ ਕਦਹੂ ਸੇ ਦੇਹ ਆਵੇ ਤਰਵਰ ਵਿਛੁਨੇ ਨਹਿ ਪਾਤ ਜੁੜਤੇ ਜਮ ਮਗ ਗੌਨ ਇਕੇਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੋਹੇਲੀ। ਰੱਬ ਦੇ ਨਾਮ ਤੋਂ ਬਿਨਾਂ ਭਟਕਣਾ ਹੈ। ਪਰ ਮਹਾਰਾਜ ਜੀ ਕਹਿੰਦੇ ਹੇ ਸੋਭਾਵੰਤੀ ਨਾਰੇ, ਤੂੰ ਆਪਣੇ ਜੀਵਨ 'ਚ ਕਮਾਈ ਕੀਤੀ ਹੈ, ਸੱਚੇ ਸ਼ਬਦ ਮਿਲ ਰਹੀ ਮੋਈਏ। ਸੰਸਾਰ ਦੇ ਵਿਕਾਰਾਂ ਤੋਂ ਮੁਕਤ ਹੋ ਚੁੱਕੀ ਹੈ ਸ਼ਖਸੀਅਤ, ਤੂੰ ਸਾਰਾ ਜੀਵਨ ਸ਼ਬਦ ਨਾਲ ਮਿਲ ਕੇ ਗੁਜ਼ਾਰਿਆ, ਸ਼ਬਦ ਦੀ ਰੌਸ਼ਨੀ ਵਿੱਚ, ਕਿਉਂਕਿ ਸ਼ਬਦ ਗੁਰੂ ਹੈ ਨਾ, ਤੇ ਗੁਰੂ ਦੀ ਰੌਸ਼ਨੀ ਜਿਹੜੀ ਬਖਸ਼ੀ ਹੈ, ਗਿਆਨ ਬਖਸ਼ਿਆ, ਉਹਦੇ ਵਿੱਚ ਮਿਲ ਕੇ ਜੀਵਨ ਗੁਜ਼ਾਰਿਆ। ਫਿਰ ਰਾਵੇ ਭਾਏ ਪਿਆਰੇ, ਇਹ ਪਿਆਰਾ ਪਰਮਾਤਮਾ ਪਤੀ ਤੈਨੂੰ ਰਾਵੇਗਾ, ਆਪਣੇ ਚਰਨਾਂ ਵਿੱਚ ਥਾਂ ਦੇਵੇਗਾ, ਤੇਰੀ ਜੀਵਾਤਮਾ ਨੂੰ ਭਟਕਣਾ ਨਹੀਂ ਪਵੇਗਾ। ਸੱਚੇ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨਿਹੋ ਰਚਾਇਆ। ਸੱਚੇ ਭਾਏ ਪਿਆਰੀ, ਜਿਨ੍ਹਾਂ ਨੇ ਸੱਚਾ ਪ੍ਰੇਮ ਪਰਮਾਤਮਾ ਨਾਲ ਜੋੜਿਆ। ਇੱਕ ਤਾਂ ਵਿਖਾਵਾ ਹੈ, ਸੰਸਾਰ ਦੇ ਬਹੁਤ ਸਾਰੇ ਲੋਕ ਵਿਖਾਵੇ ਵਿੱਚ ਉਲਝੇ ਆ, ਗੁਰਦੁਆਰੇ ਆਉਂਦੇ ਆ, ਇੱਦਾਂ ਮੱਥਾ ਟੇਕਦੇ ਆ, ਲੱਗਦਾ ਵੀ ਸਾਰੀ ਭਗਤੀ ਇਹਨਾਂ ਕੋਲ ਹੀ, ਪਰ ਜਦੋਂ ਬਾਹਰ ਨਿਕਲ ਜਾਂਦੇ ਆ ਫਿਰ ਜਾ ਕੇ ਸੰਸਾਰ ਦੇ ਵਿੱਚ ਰੱਬ ਨੂੰ ਦੂਰ ਮਹਿਸੂਸ ਕਰਕੇ ਤੇ ਉਹ ਗੁਰਦੁਆਰੇ ਹੀ ਰਹਿ ਗਿਆ। ਜਿਹਨੂੰ ਨਿਉ ਕੇ ਮੱਥੇ ਟੇਕੇ ਸੀ ਉਹ ਹੁਣ ਦੇਖਦਾ ਨਹੀਂ, ਫਿਰ ਉਹੀ ਪਾਪ, ਉਹੀ ਠੱਗੀਆਂ, ਉਹੀ ਧੋਖੇ। ਇਹ ਵਿਖਾਵੇ ਦੀ ਜ਼ਿੰਦਗੀ ਗੁਰੂ ਘਰ ਵਿੱਚ ਪ੍ਰਵਾਨ ਨਹੀਂ। ਮਹਾਰਾਜ ਜੀ ਕਹਿੰਦੇ ਸੱਚੇ ਭਾਏ ਪਿਆਰੀ, ਜਿਹਦੇ ਅੰਦਰ ਸੱਚਾ ਪਿਆਰ ਹੈ, ਸੱਚਾ ਭਰੋਸਾ ਹੈ ਵੀ ਮਾਲਕ ਤੋਂ ਬਿਨਾਂ ਕੋਈ ਨਹੀਂ ਇਸ ਸੰਸਾਰ ਵਿੱਚ, ਤੇ ਮਾਲਕ ਹਰ ਥਾਂ ਤੇ ਹੈ, ਉਹ ਮੇਰੇ ਹਰ ਕਰਮ ਦੀ ਨਿਗਰਾਨੀ ਕਰਦੇ ਆ, ਮੈਂ ਉਹੀ ਕਰਨਾ ਜੋ ਮੇਰੇ ਮਾਲਕ ਨੂੰ ਚੰਗਾ ਲੱਗਦਾ। ਕਹਿੰਦੇ ਕੰਤ ਸਵਾਰੀ, ਇਹੋ ਜੀ ਜੀਵਾਤਮਾ ਨੂੰ ਪਰਮਾਤਮਾ ਸਵਾਰ ਦਿੰਦਾ। ਜਿਹੜੇ ਸੱਚਾ ਪ੍ਰੇਮ ਕਰਦੇ ਆ, ਪਰਮਾਤਮਾ ਉਹਨਾਂ ਨੂੰ ਸਵਾਰ ਦਿੰਦਾ ਹੈ। ਹਰ ਹਰ ਸਿਉ ਨਿਹੋ ਰਚਾਇਆ, ਗੁਰੂ ਉਹਨਾਂ ਦਾ ਨੇਹ ਪਿਆਰ ਅਕਾਲ ਪੁਰਖ ਨਾਲ ਪੱਕਾ ਕਰ ਦਿੰਦਾ ਹੈ। ਕਿਉਂਕਿ ਦੇਖੋ ਮਾਂ ਆਪਣੇ ਬੱਚੇ ਨੂੰ ਸਵਾਰਦੀ ਹੈ ਨਾ, ਉਹਨੂੰ ਕਿਸੇ ਵੀ ਤਰੀਕੇ ਨਾਲ ਤਨ ਤੋਂ ਮੈਲਾ ਨਹੀਂ ਰਹਿਣ ਦਿੰਦੀ। ਤੇ ਗੁਰੂ ਸਾਡੀ ਮਾਂ ਹੈ, ਗੁਰਦੇਵ ਮਾਤਾ ਹੈ, ਤੇ ਗੁਰਦੇਵ ਮਾਤਾ ਸਾਨੂੰ ਅੰਦਰੋਂ ਸਵਾਰਦੀ। ਗੁਰੂ ਮਹਾਰਾਜ ਜੀ ਸਾਨੂੰ ਅੰਦਰੋਂ ਸਾਫ਼ ਕਰਦੇ ਆ ਵੀ ਹੇ ਮਨੁੱਖ, ਤੇਰਾ ਮਨ ਸਾਫ਼ ਹੋ ਜਾਵੇ
ਤਾਂ ਕਿ ਤੈਨੂੰ ਪਰਮਾਤਮਾ ਵਿੱਚ ਅਭੇਦ ਹੋਣ ਵਿੱਚ ਕੋਈ ਰੁਕਾਵਟ ਨਾ ਆਵੇ। ਕਿਉਂਕਿ ਜੇ ਮਨ ਸਾਫ਼ ਹੈ, ਦਿਲ ਸਾਫ਼ ਹੈ, ਤਾਂ ਫਿਰ ਪਰਮਾਤਮਾ ਦੇ ਦਰ 'ਤੇ ਲੇਖਾ ਨਿਬੜ ਜਾਂਦਾ ਹੈ। ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੁੱਚੀ ਹੋਏ ਉਸ ਸੱਚੇ ਦੀ ਬਾਣ ਮਹਿ ਪੱਲਾ ਨਾ ਪਕੜੈ ਕੋਏ। ਤੇ ਦਿਲ ਸੁੱਚਾ ਆਪਾਂ ਨਹੀਂ ਕਰ ਸਕਦੇ, ਆਪਣਾ ਦਿਲ ਤਾਂ ਗੁਰੂ ਹੀ ਪਵਿੱਤਰ ਕਰੇਗਾ ਉਹਨਾਂ ਦਾ ਜਿਨ੍ਹਾਂ ਨੇ ਸੱਚਾ ਪ੍ਰੇਮ ਜੋੜਿਆ ਹੈ। ਆਪ ਗਵਾਇਆ ਤਾਂ ਫਿਰ ਪਾਇਆ, ਗੁਰ ਕੈ ਸ਼ਬਦ ਸਮਾਇਆ। ਕਹਿੰਦੇ ਹੇ ਰੱਬ ਦੇ ਰੰਗ ਵਿੱਚ ਜੁੜੀ ਹੋਈ ਵਿਕਾਰਾਂ ਤੋਂ ਮੁਕਤ ਸ਼ਖਸੀਅਤ, ਆਪ ਗਵਾਇਆ ਤਾਂ ਫਿਰ ਪਾਇਆ। ਆਪਣੀ ਮੱਤ ਛੱਡਣੀ ਪੈਂਦੀ ਹੈ, ਫਿਰ ਜਾ ਕੇ ਕਿਤੇ ਮਨੁੱਖ ਪ੍ਰਵਾਨ ਹੁੰਦਾ ਹੈ, ਪਰਮਾਤਮਾ ਮਿਲਦਾ। ਭਾਈ ਲਹਿਣਾ ਜੀ ਗੁਰੂ ਘਰ ਵਿੱਚ ਸੇਵਕ ਬਣ ਕੇ ਆਏ ਤਾਂ ਮਹਾਰਾਜ ਜੀ ਨੇ ਇੱਕ ਦਿਨ ਰਾਤ ਨੂੰ ਕੌਤਕ ਰਚਾਇਆ। ਕੀ ਕੌਤਕ ਰਚਾਇਆ? ਆਪਣੇ ਪੁੱਤਰ ਬਾਬਾ ਸ੍ਰੀ ਚੰਦ ਨੂੰ ਕਹਿੰਦੇ, ਪੁੱਤ ਦਿਨ ਚੜ੍ਹਿਆ ਹੈ, ਜਾ ਆ ਕੱਪੜੇ ਜਾ ਕੇ ਰਾਵੀ ਤੋਂ ਧੋ ਲਿਆ। ਉਹ ਕਹਿੰਦੇ, ਪਿਤਾ ਜੀ ਅੱਧੀ ਰਾਤ ਆ, ਇਸ ਰਾਤ ਨੂੰ ਮੁੜੀ ਜਾਵਾਂਗਾ, ਦਿਨ ਚੜ੍ਹੇਗਾ ਧੋ ਲਿਆਵਾਂਗਾ। ਬਾਬਾ ਬੁੱਢਾ ਜੀ ਨੂੰ ਆਖਿਆ। ਬਾਬਾ ਬੁੱਢਾ ਜੀ ਵੀ ਥੋੜ੍ਹਾ ਜਿਹਾ ਝਿਜਕ ਕੇ ਕਹਿਣ ਲੱਗੇ, ਮਹਾਰਾਜ ਸ਼ਾਇਦ ਤੁਹਾਨੂੰ ਪਤਾ ਨਹੀਂ ਲੱਗਾ, ਹਜੇ ਦਿਨ ਨਹੀਂ ਚੜ੍ਹਿਆ, ਅਜੇ ਰਾਤ। ਭਾਈ ਲਹਿਣੇ ਨੂੰ ਕਹਿੰਦੇ, ਲਹਿਣਿਆ ਤੂੰ ਜਾ 7 ਵਚਨ। ਜਦੋਂ ਭਾਈ ਲਹਿਣਾ ਜੀ ਗਏ ਤਾਂ ਦੇਖਿਆ ਰਾਵੀ ਤੇ ਵਾਕਈ ਦਿਨ ਚੜ੍ਹਿਆ ਹੋਇਆ, ਕੱਪੜੇ ਧੋਤੇ ਆ, ਕੱਪੜਿਆਂ ਨੂੰ ਧੁੱਪ ਲਵਾਈ, ਲੈ ਕੇ ਆ ਗਏ ਆ। ਤੇ ਜਦੋਂ ਲੈ ਕੇ ਆਏ ਆ ਨਾ ਤਾਂ ਮਹਾਰਾਜ ਜੀ ਨੇ ਬੜਾ ਪਿਆਰ ਬਖਸ਼ਿਆ। ਕਿਉਂ? ਕਿਉਂਕਿ ਇਹ ਮਹਿਸੂਸ ਕਰ ਲਿਆ ਕਿ ਭਾਈ ਲਹਿਣਾ ਜੀ ਪੂਰਨ ਰੂਪ ਵਿੱਚ ਹੁਣ ਆਪਣੀ ਮੱਤ ਛੱਡ ਚੁੱਕੇ ਆ, ਆਪਣੇ ਆਪ ਨੂੰ ਮਾਰ ਚੁੱਕੇ ਆ। ਹੁਣ ਇਹ ਜਿਉਂਦੇ ਆ ਗੁਰੂ ਮਹਾਰਾਜ ਜੀ ਦੀ ਆਗਿਆ ਵਿੱਚ। ਮਹਾਰਾਜ ਜੀ ਕਹਿੰਦੇ, ਜਿਹੜੇ ਆਪਣੀ ਮੱਤ ਗਵਾ ਲੈਣ, ਜਿਹੜੇ ਗੁਰੂ ਨੂੰ ਮੱਤਾਂ ਦੇਣ, ਸਲਾਮ ਜਵਾਬ ਦੋਵੇਂ ਕਰੈ ਮੁੱਢੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਖਾਏ ਨਾ ਕਾਈ ਪਾਏ। ਮੱਥਾ ਵੀ ਟੇਕਦੇ ਆ ਤੇ ਦਲੀਲਾਂ ਵੀ ਦਿੰਦੇ ਆ ਵੀ ਨਹੀਂ ਨਹੀਂ ਮਹਾਰਾਜ, ਜੋ ਤੁਸੀਂ ਕਹਿੰਦੇ ਉਹਦੇ ਨਾਲ ਅਸੀਂ ਸਿਆਣੇ ਆ, ਸਾਨੂੰ ਨਹੀਂ ਲੋੜ। ਮਹਾਰਾਜ ਜੀ ਕਹਿੰਦੇ ਇੱਦਾਂ ਨਹੀਂ ਮਿਲਦਾ, ਆਪ ਗਵਾਇਆ ਤਾਂ ਫਿਰ ਪਾਇਆ। ਆਪਣੇ ਆਪ ਨੂੰ ਗਵਾ ਕੇ ਫਿਰ ਪਰਮਾਤਮਾ ਮਿਲਦਾ ਹੈ। ਗੁਰ ਕੈ ਸ਼ਬਦ ਸਮਾਇਆ, ਫਿਰ ਮਨੁੱਖ ਦੀ ਜੀਵਾਤਮਾ ਸ਼ਬਦ ਦੇ ਵਿੱਚ ਟਿਕ ਜਾਂਦੀ ਹੈ। ਸਾ ਧਨ ਸ਼ਬਦ ਸੁਹਾਈ, ਪ੍ਰੇਮ ਕਸਾਈ, ਅੰਤਰ ਪ੍ਰੀਤ ਪਿਆਰੀ। ਜਿਹੜੀ ਸ਼ਖਸੀਅਤ ਸਾ ਧਨ ਪਤਨੀ ਇਸਤਰੀ ਜੀਵ ਰੂਪ ਸ਼ਖਸੀਅਤ ਸ਼ਬਦ ਸੁਹਾਈ, ਸ਼ਬਦ ਦੇ ਨਾਲ ਫੱਬਦੀ ਹੈ, ਪ੍ਰੇਮ ਕਸਾਈ, ਉਹਦੇ ਅੰਦਰ ਇੱਕ ਪ੍ਰੇਮ ਦੀ ਖਿੱਚ ਹੈ। ਅੰਤਰ ਪ੍ਰੀਤ ਪਿਆਰੀ, ਪ੍ਰਭੂ ਪਰਮਾਤਮਾ ਦੇ ਨਾਲ ਇੱਕ ਖਿੱਚ ਬਣੀ ਹੈ। ਜਿਵੇਂ ਆਪਾਂ ਨੂੰ ਸੰਸਾਰ ਨਾਲ ਖਿੱਚ ਹੈ ਨਾ, ਆਪਾਂ ਆਪਣੇ ਘਰ ਵੱਲ ਨੂੰ ਭੱਜਦੇ ਹਾਂ, ਆਪਾਂ ਧਨ ਦੌਲਤ ਵੱਲ ਨੂੰ ਦੌੜੇ ਜਾਂਦੇ ਹਾਂ, ਇਵੇਂ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਖਿੱਚ ਪੈ ਜਾਂਦੀ, ਉਹ ਗੁਰੂ ਵੱਲ ਨੂੰ ਦੌੜੇ ਆਉਂਦੇ। ਉਹ ਕੋਈ ਵਕਤ ਇਹੋ ਜਿਹਾ ਛੱਡਦੇ ਨਹੀਂ ਵੀ ਜਿਸ ਵਕਤ ਉਹਨਾਂ ਨੂੰ ਗੁਰੂ ਮਹਾਰਾਜ ਜੀ ਦੀ ਸੇਵਾ ਤੋਂ ਦੂਰ ਜਾਣਾ ਪਵੇ। ਪ੍ਰੋਫੈਸਰ ਸਾਹਿਬ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਟੀਕ ਲਿਖਿਆ। ਉਹਨਾਂ ਦੇ ਬੇਟੇ ਦਾ ਨਾਂ ਡਾਕਟਰ ਦਲਜੀਤ ਸਿੰਘ ਹੈ। ਹੁਣ ਉਹ ਵੀ ਇਸ ਸੰਸਾਰ ਤੋਂ ਚਲੇ ਗਏ। ਚੰਗੇ ਲਿਖਾਰੀ ਸਨ ਔਰ ਅੱਖਾਂ ਦੇ ਅੱਛੇ ਡਾਕਟਰ ਸਨ। ਅੰਮ੍ਰਿਤਸਰ ਸਾਹਿਬ ਉਹਨਾਂ ਨੇ ਵੀ ਚੰਗੀਆਂ ਕਿਤਾਬਾਂ ਲਿਖੀਆਂ, ਵਿਸ਼ਵ ਪੱਧਰ 'ਤੇ ਉਹਨਾਂ ਦੀਆਂ ਕਿਤਾਬਾਂ ਦੀ ਚਰਚਾ ਹੋਈ। ਅਤੇ ਦੱਸਦੇ ਆ ਜਦੋਂ ਡਾਕਟਰ ਦਲਜੀਤ ਸਿੰਘ ਦਾ ਵਿਆਹ ਸੀ ਤੇ ਪ੍ਰੋਫੈਸਰ ਸਾਹਿਬ ਸਿੰਘ ਪਿਤਾ ਸੀ, ਕਹਿੰਦੇ ਵੀ ਮੈਂ ਉਸ ਵੇਲੇ ਪਹੁੰਚਾਂਗਾ ਉੱਥੇ ਜਦੋਂ ਐਨ ਆਨੰਦ ਕਾਰਜ ਦੀ ਤਿਆਰੀ ਹੋਈ। ਉਦੋਂ ਪਹਿਲਾਂ ਮੈਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ ਲਿਖ ਰਿਹਾ ਉਹ ਲਿਖਾਂਗਾ, ਅਤੇ ਐਨ ਜਦੋਂ ਆਨੰਦ ਕਾਰਜ ਦੀ ਤਿਆਰੀ ਹੋਵੇਗੀ, ਲਾਵਾਂ ਹੋ ਜਾਣਗੀਆਂ, ਅਰਦਾਸ ਹੋ ਜਾਵੇਗੀ, ਫਿਰ ਮੈਨੂੰ ਮਾਫੀ ਦੇ ਦਿਓ, ਮੈਂ ਫਿਰ ਉੱਥੇ ਰੁਕਾਂਗਾ ਨਹੀਂ, ਮੈਂ ਫਿਰ ਜਾ ਕੇ ਆਪਣਾ ਉਹ ਕਾਰਜ ਜਿਹੜਾ ਗੁਰੂ ਨੇ ਮੇਰਾ ਕਾਰਜ ਮੇਰੇ ਹਿੱਸੇ ਲਾਇਆ ਉਹ ਕਰਾਂਗਾ। ਆਪਣੇ ਪੁੱਤ ਦਾ ਵਿਆਹ ਹੋਵੇ ਅਤੇ ਪਿਤਾ ਦੀ ਹਾਜ਼ਰੀ ਇੰਨੀ ਕੀ ਵੀ ਸਿਰਫ 4 ਲਾਵਾਂ ਦੇ ਸਮੇਂ ਉਹ ਗੁਰੂ ਚਰਨਾਂ 'ਚ ਅਰਦਾਸ ਵਿੱਚ ਹੀ ਹਾਜ਼ਰ ਹੋਏ, ਬਾਕੀ ਕਿਸੇ ਵੀ ਕਾਰਜ ਵਿੱਚ ਉਹਨਾਂ ਸ਼ਮੂਲੀਅਤ ਨਹੀਂ ਕੀਤੀ, ਕਿਉਂਕਿ ਖਿੱਚ ਹੈ ਅੰਦਰ। ਜਿਵੇਂ ਸਾਨੂੰ ਸੰਸਾਰ ਨਾਲ ਪਿਆਰਿਆਂ ਨੂੰ ਨਿਰੰਕਾਰ ਨਾਲ ਹੈ। ਨਾਨਕ ਸਾਧਨ ਮੇਲ ਲਈ ਫਿਰ ਆਪੇ, ਸਾਚੈ ਸਾਹੀ ਸਵਾਰੀ। ਸੱਚੇ ਸਾਹ ਗੁਰੂ ਨੇ ਜਿਨ੍ਹਾਂ ਨੂੰ ਸਵਾਰਿਆ, ਜੀਵਨ ਦਾਨ ਬਖਸ਼ਿਆ, ਗੁਰੂ ਦੇ ਸਵਾਰਿਆਂ ਨੂੰ ਨਿਰੰਕਾਰ ਆਪਣੇ ਵਿੱਚ ਮਿਲਾ ਲੈਂਦਾ ਹੈ। ਅੱਗੇ ਮਹਾਰਾਜ ਕਿਰਪਾ ਕਰਦੇ, ਨਿਰਗੁਣਵੰਤੜੀਏ ਫਿਰ ਦੇਖ ਹਦੂਰੇ ਰਾਮ।
ਹੁਣ ਭੁੱਲਿਆਂ ਹੋਇਆਂ ਨੂੰ, ਟੁੱਟਿਆਂ ਹੋਇਆਂ ਨੂੰ ਵੀ ਮਹਾਰਾਜ ਪ੍ਰੇਰਨਾ ਦਿੰਦੇ। ਪਹਿਲਾਂ ਵਡਿਆਈ ਕੀਤੀ ਜੁੜਿਆਂ ਹੋਇਆਂ ਦੀ, ਕਹਿੰਦੇ ਨਿਰਗੁਣਵੰਤੜੀਏ, ਗੁਣ ਤਾਂ ਤੇਰੇ 'ਚ ਕੋਈ ਨਹੀਂ, ਮਾਣ ਬੜਾ ਹੈ। ਬਾਣੀ ਕਹਿੰਦੀ ਨਾਨਕ ਤੇ ਨਰ ਅਸਲ ਖਰਜੇ ਵਿਣ ਗੁਣ ਗਰਬ ਕਰੰਤ। ਬੰਦੇ 'ਚ ਗੁਣ ਹੋਵੇ ਨਾ ਮਾਣ ਕਰੇ, ਕਹਿੰਦੇ ਇਹ ਤਾਂ ਫਿਰ ਗਧੇ ਵਰਗਾ ਜੀਵਨ ਹੈ, ਫੋਕਾ ਹੀ ਭਾਰ ਐਵੇਂ ਚੁੱਕੀ ਫਿਰਦਾ ਹੈ। ਮਹਾਰਾਜ ਕਹਿੰਦੇ ਨਿਰਗੁਣਵੰਤੜੀਏ ਫਿਰ ਦੇਖ ਹਦੂਰੇ ਰਾਮ। ਹੇ ਜੀਵ ਰੂਪ ਇਸਤਰੀ, ਪਰਮਾਤਮਾ ਨੂੰ ਆਪਣੇ ਨਜ਼ਦੀਕ ਵੇਖ, ਪਰਮਾਤਮਾ ਨੂੰ ਆਪਣੇ ਨੇੜੇ ਤੱਕ, ਕਿਉਂਕਿ ਪਰਮਾਤਮਾ ਦੂਰ ਹੈ ਹੀ ਨਹੀਂ। ਨੇਰੈ ਨਾਹੀ ਦੂਰ ਨਿਜ ਆਤਮੈ ਰਹਿਆ ਭਰਪੂਰ। ਗੁਰਮੁਖ ਜਿਨੀ ਰਾਵਿਆ ਮੋਈਏ ਫਿਰ ਰਵ ਰਹਿਆ ਭਰਪੂਰੇ ਰਾਮ। ਵੇਖ ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਨੂੰ ਸਮਝਿਆ ਹੈ, ਉਹ ਕੀ ਕਹਿੰਦੇ ਆ? ਕਹਿੰਦੇ ਰਵ ਰਹਿਆ ਭਰਪੂਰੇ ਰਾਮ। ਪਰਮਾਤਮਾ ਕੇਵਲ ਮੰਦਿਰਾਂ ਮਸਜਿਦਾਂ, ਕੇਵਲ ਧਾਰਮਿਕ ਸਥਾਨਾਂ 'ਤੇ ਨਹੀਂ ਹੈ, ਕਿਉਂਕਿ ਦੇਖੋ ਧਾਰਮਿਕ ਸਥਾਨਾਂ 'ਤੇ ਲੋਕਾਂ ਦੀ ਸ਼ਰਧਾ ਹੈ ਅਤੇ ਹੋਣੀ ਬੜੀ ਜ਼ਰੂਰੀ। ਪਰ ਭਗਤ ਸਾਹਿਬ ਜੀ ਕਹਿੰਦੇ ਇਹੀ ਮੰਨ ਲੈਣਾ ਕਿ ਦੱਖਣ ਦੇਸ਼ ਹਰੀ ਕਾ ਵਾਸਾ ਪਸ਼ਚਮ ਅੱਲ੍ਹ ਮੁਕਾਮਾ, ਵੀ ਅੱਲਾ ਪਸ਼ਚਮ 'ਚ ਰਹਿੰਦਾ ਹੈ ਅਤੇ ਹਰੀ ਦੱਖਣ ਵਿੱਚ ਰਹਿੰਦਾ ਹੈ। ਪਰ ਭਗਤ ਸਾਹਿਬ ਜੀ ਕਹਿੰਦੇ ਸਾਡਾ ਤਾਂ ਵਿਚਾਰ ਇਹ ਹੈ, ਦੱਖਣ ਦੇਸ਼ ਹਰੀ ਕਾ ਵਾਸਾ ਪਸ਼ਚਮ ਅੱਲ੍ਹ ਮੁਕਾਮਾ, ਦਿਲ ਮਹਿ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਰੱਬ ਦਿਲ ਵਿੱਚ ਵੀ ਰਹਿੰਦਾ ਹੈ। ਫਿਰ ਰਬ ਰਹਿਆ ਭਰਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ। ਪਰਮਾਤਮਾ ਰਬ ਰਿਹਾ ਹੈ, ਅੱਖਾਂ ਖੋਲ ਉਹਨੂੰ ਆਪਣੇ ਅੰਦਰ ਤੇ ਬਾਹਰ ਵੇਖ, ਜੁਗ ਜੁਗ ਏਕੋ ਜਾਤਾ। ਜੁਗਾਂ ਜੁਗਾਂ ਤੋਂ ਭਗਤਾਂ ਨੇ ਇੱਕ ਹੀ ਪਰਮਾਤਮਾ ਨੂੰ ਜਾਣਿਆ ਹੈ। ਧਨ ਬਾਲੀ ਭੋਲੀ ਫਿਰ ਸਹਿਜ ਰਾਵੈ, ਮਿਲਿਆ ਕਰਮ ਵਿਧਾਤਾ। ਕਹਿੰਦੇ ਚਤਰਾਈਆਂ ਛੱਡ ਦੇ, ਧਨ ਬਾਲੀ ਭੋਲੀ, ਭੋਲਾ ਸੁਭਾਅ ਬਣਾ, ਜਿਵੇਂ ਬੱਚੇ ਦਾ ਸੁਭਾਅ, ਜਿਵੇਂ ਬਚਪਨ 'ਚ ਨਿਰਮਲ ਬੁੱਧ ਹੈ ਉਹੋ ਜਿਹਾ ਸੁਭਾਅ ਬਣਾ। ਫਿਰ ਸਹਿਜ ਰਾਵੈ, ਸਹਿਜ ਜੀਵਨ ਵਿੱਚ ਪਰਮਾਤਮਾ ਨੂੰ ਪ੍ਰਾਪਤ ਕਰ। ਮਿਲਿਆ ਕਰਮ ਵਿਧਾਤਾ, ਸਾਰਿਆਂ ਦੇ ਲੇਖ ਲਿਖਣ ਵਾਲਾ ਪਰਮਾਤਮਾ ਤੈਨੂੰ ਮਿਲ ਪਵੇਗਾ। ਬਸ ਚਤਰਾਈਆਂ ਛੱਡ। ਦੁਨੀਆ ਨਾਲ ਵੀ ਬੰਦਾ ਚਤਰਾਈਆਂ ਵਰਤਦਾ, ਰੱਬ ਨਾਲ ਵੀ ਚਤਰਾਈਆਂ ਵਰਤਦਾ। ਗੁਰਦੁਆਰੇ ਆਉਣ ਲੱਗਿਆਂ ਸਿਰ ਢੱਕ ਲੈਂਦਾ ਹੈ ਵੀ ਮੈਨੂੰ ਗੁਰੂ ਵੇਖਦਾ, ਅਤੇ ਬਾਹਰ ਜਾਂਦੇ ਸਿਰ ਨੰਗਾ ਕਰ ਲੈਂਦਾ ਵੀ ਬਾਹਰ ਗੁਰੂ ਨਹੀਂ ਹੈਗਾ। ਉੱਥੇ ਵੀ ਤਾਂ ਹੈਗਾ ਹੀ ਹੈ ਨਾ, ਪਰਮਾਤਮਾ ਤਾਂ ਸਾਰੇ ਥਾਵਾਂ 'ਤੇ ਹੀ ਹੈ। ਗੁਰਦੁਆਰਾ ਸਾਹਿਬ ਆਉਂਦੇ ਆਪਾਂ ਤਾਂ ਸਰੀਰ ਦੀਆਂ ਹਰਕਤਾਂ 'ਤੇ ਕੰਟਰੋਲ ਕਰ ਲੈਂਦੇ ਵੀ ਗੁਰੂ ਵੇਖਦਾ, ਬਾਹਰ ਜਾ ਕੇ ਫਿਰ ਖੁੱਲ੍ਹਿਆਂ ਛੱਡ ਦਿੰਦੇ, ਗੁਰੂ ਤਾਂ ਉੱਥੇ ਵੀ ਦੇਖਦਾ। ਮਹਾਰਾਜ ਕਹਿੰਦੇ ਉਹਨੂੰ ਆਪਣੇ ਨੇੜੇ ਮਹਿਸੂਸ ਕਰ। ਜਿਨ ਹਰ ਰਸ ਚਾਖਿਆ ਸ਼ਬਦ ਸੁਭਾਖਿਆ, ਹਰ ਸਰ ਰਹੀ ਭਰਪੂਰੇ। ਜਿਨ੍ਹਾਂ ਨੇ ਸ਼ਬਦ ਦਾ ਰਸ ਚੱਖਿਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਰਸ ਨੂੰ ਮਾਣਿਆ, ਹਰ ਸਰ ਰਹੀ ਭਰਪੂਰੇ। ਪ੍ਰਭੂ ਪਰਮਾਤਮਾ ਦੇ ਨਾਮ ਸਰੋਵਰ 'ਚ ਚੁੱਭੀ ਮਾਰੀ, ਉਹਨਾਂ ਦਾ ਜੀਵਨ ਅੰਦਰੋਂ ਬਾਹਰੋਂ ਭਰਪੂਰ ਹੋ ਜਾਂਦਾ। ਨਾਨਕ ਕਾਮਨ ਸਾ ਫਿਰ ਭਾਵੈ, ਸਭ ਦੇ ਰਹਿ ਹਜੂਰੇ। ਮਹਾਰਾਜ ਨੂੰ ਉਹੀ ਸਿੱਖ ਚੰਗਾ ਲੱਗਦਾ ਜਿਹੜਾ ਸ਼ਬਦ ਦੀ ਰੌਸ਼ਨੀ ਵਿੱਚ ਪ੍ਰਭੂ ਪਰਮਾਤਮਾ ਨੂੰ ਆਪਣੇ ਨੇੜੇ ਤੇ ਆਪਣੇ ਆਪ ਨੂੰ ਗੁਰੂ ਦੇ ਨੇੜੇ ਮੰਨ ਕੇ ਚੱਲਦਾ ਹੈ। ਨਾ ਤਾਂ ਪਰਮਾਤਮਾ ਕਿਸੇ ਦੇ ਵਿਸ਼ੇਸ਼ ਲਿਬਾਸ 'ਤੇ ਰੀਝਦਾ ਹੈ, ਨਾ ਪਰਮਾਤਮਾ ਕਿਸੇ ਦੇ ਕੋਈ ਵਿਸ਼ੇਸ਼ ਕਰਮਾਂ 'ਤੇ ਰੀਝਦਾ ਹੈ। ਪਰਮਾਤਮਾ ਉਹਨਾਂ 'ਤੇ ਰੀਝਦਾ ਜਿਹੜੇ ਰਜਾ ਵਿੱਚ ਚੱਲਦੇ ਆ। ਮਹਾਰਾਜ ਅੱਗੇ ਕਿਰਪਾ ਕਰਦੇ ਆ। ਸੁਹਾਗਣੀ ਜਾਏ ਪੁੱਛ ਹੋਮੋਈਏ, ਜਿਨੀ ਵਿੱਚ ਹੋ ਆਪ ਗਵਾਇਆ। ਕਹਿੰਦੇ ਹੇ ਵਿਕਾਰਾਂ ਵਿੱਚ ਫਸ ਕੇ ਆਤਮਕ ਮੌਤ ਸਹੇੜ ਰਹੀ ਜੀਵ ਰੂਪ ਇਸਤਰੀ। ਇੱਥੇ ਮੋਈਏ ਦਾ ਅਰਥ ਬਦਲ ਗਿਆ ਹੁਣ। ਪਹਿਲਾਂ ਮੋਈਏ ਦਾ ਅਰਥ ਸੀ ਪਰਮਾਤਮਾ ਦੇ ਰੰਗ ਵਿੱਚ ਰੰਗੇ, ਸੰਸਾਰ ਦੇ ਵਿਕਾਰਾਂ ਤੋਂ ਮੁਕਤ ਹੋ ਚੁੱਕੇ ਸ਼ਖਸੀਅਤ ਜੀਵ ਬਾਰੇ। ਹੁਣ ਕਹਿੰਦੇ ਐ ਸੰਸਾਰ ਦੇ ਵਿਕਾਰਾਂ 'ਚ ਫਸ ਕੇ ਆਤਮਕ ਮੌਤ ਸਹੇੜ ਰਹੀ ਜੀਵ ਰੂਪ ਇਸਤਰੀ। ਜੇ ਤੈਨੂੰ ਕੁਝ ਨਹੀਂ ਨਾ ਪਤਾ ਤਾਂ ਸੁਹਾਗਣੀ ਜਾਏ ਪੁੱਛੋ ਮੋਈਏ, ਜਿਨੀ ਵਿੱਚੋਂ ਆਪ ਗਵਾਇਆ। ਗੁਰਮੁਖਾਂ ਦੀ ਸੰਗਤ ਕਰ, ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕੀਤਾ, ਉਹਨਾਂ ਨੂੰ ਜਾ ਕੇ ਪੁੱਛੋ। ਸ਼ਬਦ ਹਜ਼ਾਰਿਆਂ ਵਿੱਚ ਮਹਾਰਾਜ ਜੀ ਨੇ ਕਿੰਨੇ ਪਿਆਰ ਦੇ ਨਾਲ ਸਮਝਾਇਆ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਮੈਨੂੰ ਵੀ ਉਹ ਗੁਣ ਦੱਸੋ ਜਿਨ੍ਹਾਂ ਗੁਣਾਂ ਨਾਲ ਪਰਮਾਤਮਾ ਪ੍ਰਸੰਨ ਹੁੰਦਾ ਹੈ।
फिर का हुक्म न पायो मोइए, जिनी विचों आप ना गवाया। ਕਹਿੰਦੇ ਜਿਨ੍ਹਾਂ ਨੇ ਅੰਦਰੋਂ ਆਪਣੇ ਵਿਚਾਰ ਨਹੀਂ ਨਾ ਛੱਡੇ, ਉਹਨਾਂ ਦੇ ਅੰਦਰ ਪਰਮਾਤਮਾ ਦਾ ਹੁਕਮ ਨਹੀਂ ਸਮਾਉਂਦਾ। ਕਿਉਂਕਿ ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਭਾਂਡਾ ਖਾਲੀ ਹੋਵੇ ਤੇ ਫਿਰ ਹੀ ਕੋਈ ਵਸਤੂ ਪਾਈ ਜਾ ਸਕਦੀ ਹੈ। ਮਹਾਰਾਜ ਕਿਰਪਾ ਕਰਦੇ, ਜਿਨੀ ਆਪ ਗਵਾਇਆ ਤਿਨੀ ਪਿਰ ਪਾਇਆ, ਰੰਗ ਸਿਉ ਰਲੀਆਂ ਮਾਣ। ਜਿਨ੍ਹਾਂ ਆਪਣੀ ਮੱਤ ਛੱਡ ਦਿੱਤੀ, ਆਪਾ ਗਵਾ ਲਿਆ, ਤਿਨੀ ਪਿਰ ਪਾਇਆ, ਉਹਨਾਂ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਰੰਗ ਸਿਉ ਰਲੀਆਂ ਮਾਣੇ, ਪਰਮਾਤਮਾ ਦੀ ਰਜਾ ਵਿੱਚ ਉਹ ਰੰਗ ਮਾਣਦੇ, ਆਨੰਦ ਮਾਣਦੇ ਹੈ। ਜਿੱਡੀ ਮਰਜ਼ੀ ਜ਼ਿੰਦਗੀ 'ਚ ਵਿਪਤਾ ਆ ਜਾਏ, ਪਰ ਉਹਨਾਂ ਦੇ ਚਿਹਰੇ ਦੀ ਚੜ੍ਹਦੀ ਕਲਾ ਉਵੇਂ ਦੀ ਉਵੇਂ ਰਹਿੰਦੀ ਹੈ। ਜਿਵੇਂ ਸਿੱਖ ਬੀਬੀਆਂ ਜਿਨ੍ਹਾਂ ਨੇ ਸਵਾ ਮਣ ਦੇ ਪੀਸਨੇ ਪੀਸੇ, ਪੁੱਤਰਾਂ ਦੇ ਟੋਟੇ ਕਰਵਾ ਕੇ ਝੋਲੀਆਂ 'ਚ ਪਵਾ ਲਏ, ਆਂਦਰਾਂ ਦੇ ਹਾਲ ਗਰਾਂ 'ਚ ਪਵਾ ਕੇ ਵੀ ਆਖਿਆ ਸੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ, ਉਹ ਸਦਾ ਹੀ ਰੰਗ ਵਿੱਚ ਖੁਸ਼ ਰਹਿੰਦੇ ਹੈ। ਸਦਾ ਰੰਗ ਰਾਤੀ ਸਹਿਜੇ ਮਾਤੀ, ਅਨ ਦਿਨ ਨਾਮ ਵਖਾਣੈ। ਅਨ ਦਿਨ ਦਿਨੇ ਰਾਤ ਜਿਹੜੇ ਨਾਮ ਨੂੰ ਵਖਿਆਣ ਕਰਦੇ ਆ, ਜਪਦੇ ਆ। ਸਦਾ ਰੰਗ ਰਾਤੀ ਸਹਿਜੇ ਮਾਤੀ, ਮਸਤ ਹੋ ਕੇ ਸਹਿਜ ਵਿੱਚ ਚੱਲਦੇ ਆ, ਤੇ ਸਦਾ ਹੀ ਪਰਮਾਤਮਾ ਦੇ ਵੱਲੋਂ ਬਖਸ਼ਿਸ਼ ਕੀਤਾ ਹੋਇਆ ਖੇੜਾ ਬਰਕਰਾਰ ਰਹਿੰਦਾ ਹੈ। ਕਾਮਣ ਵਡਭਾਗੀ ਅੰਤਰ ਲਿਵ ਲਾਗੀ, ਹਰ ਕਾ ਪ੍ਰੇਮ ਸੁਭਾਖਿਆ। ਉਹ ਜੀਵ ਰੂਪ ਇਸਤਰੀ ਵੱਡਿਆਂ ਭਾਗਾਂ ਵਾਲੀ ਹੈ। ਅੰਤਰ ਲਿਵ ਲਾਗੀ, ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਲਿਵ ਲੱਗੀ ਹੈ। ਹਰ ਕਾ ਪ੍ਰੇਮ ਸੁਭਾਇਆ, ਜਿਹਨੂੰ ਪਰਮਾਤਮਾ ਦਾ ਪ੍ਰੇਮ ਚੰਗਾ ਲੱਗਦਾ। ਨਾਨਕ ਕਾਮਣ ਸਹਿਜੇ ਰਾਤੀ, ਜਿਨ ਸੱਚ ਸਿਗਾਰ ਬਣਾਇਆ। ਕਹਿੰਦੇ ਜਿਨ੍ਹਾਂ ਨੇ ਸੱਚ ਨੂੰ ਆਪਣਾ ਗਹਿਣਾ ਬਣਾਇਆ ਹੈ ਨਾ, ਨਾਨਕ ਕਾਮਣ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸੱਚ ਨੂੰ ਆਪਣਾ ਸ਼ਿੰਗਾਰ ਬਣਾਇਆ। ਦੇਖੋ ਝੂਠ ਜਿਹੜਾ ਹੈ ਨਾ ਸੰਸਾਰ ਵਿੱਚ, ਜੇ ਜ਼ਿੰਦਗੀ ਦੇ ਵਿੱਚ ਝੂਠ ਦਾ ਹੀ ਮਨੁੱਖ ਸਹਾਰਾ ਲੈ ਕੇ ਚੱਲੇ ਤਾਂ ਬਾਣੀ ਕਹਿੰਦੀ ਕੂੜ ਨਿਖੁੱਟੈ ਨਾਨਕਾ, ਓੜਕ ਸੱਚ ਰਹੀ। ਜੇ ਆਪਾਂ ਦੂਸਰੇ ਸ਼ਿੰਗਾਰ ਦੀ ਵੀ ਗੱਲ ਕਰੀਏ ਤਾਂ ਮਹਾਰਾਜ ਕਹਿੰਦੇ ਬੁਢੇਪੇ ਨੇ ਸਾਰਾ ਕੁਝ ਖਤਮ ਕਰ ਦੇਣਾ। ਜਿੰਨਾ ਮਰਜ਼ੀ ਬੰਦਾ ਆਪਣੇ ਆਪ ਨੂੰ ਸਜਾਵੇ ਸਵਾਰੇ, ਜੇ ਜਰਵਾਣਾ ਪਰ ਹਰ ਜਰ ਵੇਸ ਕਰਿੰਦੀ ਆਈ। ਬੁਢੇਪੇ ਨੇ ਆਪਣਾ ਰੂਪ ਧਾਰਨ ਕਰ ਲੈਣਾ, ਸਾਰੇ ਸ਼ਿੰਗਾਰ ਮੁੱਕ ਜਾਣੇ ਆ। ਪਰ ਜ਼ਿੰਦਗੀ ਵਿੱਚ ਸੱਚ ਜਿਹੜਾ ਹੈ ਨਾ, ਉਹਦਾ ਸ਼ਿੰਗਾਰ ਸਦਾ ਬਰਕਰਾਰ ਰਹਿੰਦਾ ਹੈ। ਮਹਾਰਾਜ ਕਹਿੰਦੇ ਨਾਨਕ ਕਾਮਣ ਸਹਿਜੇ ਰਾਤੀ, ਜਿਨ ਸੱਚ ਸ਼ਿੰਗਾਰ ਬਣਾਇਆ। ਜਿਨ੍ਹਾਂ ਕੋਲੇ ਗੁਰੂ ਦੇ ਪਿਆਰ ਦਾ ਸੱਚ ਹੈ, ਉਹਨਾਂ ਦਾ ਸ਼ਿੰਗਾਰ ਸਦਾ ਬਰਕਰਾਰ ਰਹਿੰਦਾ ਹੈ। ਹਉਮੈ ਮਾਰ ਮੁਈਏ ਤੂੰ ਚੱਲ ਗੁਰ ਕੈ ਭਾਏ, ਵਿਕਾਰਾਂ ਵਿੱਚ ਫਸ ਕੇ ਆਤਮਿਕ ਤੌਰ 'ਤੇ ਮਰ ਰਹੀ ਹੈ ਜੀਵ ਰੂਪ ਇਸਤਰੀ। ਹਉਮੈ ਮਾਰ, ਹੰਕਾਰ ਛੱਡ, ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਹੰਕਾਰ ਨਹੀਂ ਕਿਤੇ ਪ੍ਰਵਾਨ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹੰਕਾਰੀ ਬੰਦੇ ਦੀ ਸੇਵਾ ਵੀ ਪ੍ਰਵਾਨ ਨਹੀਂ ਹੁੰਦੀ। ਹੰਕਾਰ ਹੀ ਤਾਂ ਹੁੰਦਾ ਕਿ ਬੰਦਾ ਕਹਿੰਦਾ ਜਿੱਥੇ ਮੈਂ ਕਰਦਾ ਸੇਵਾ, ਇੱਥੇ ਦੂਜਾ ਨਹੀਂ ਖੜਨਾ ਚਾਹੀਦਾ, ਮੈਂ ਹੀ ਕਰਾਂਗਾ। ਬਸ ਉਹੀ ਇੱਥੇ ਆ ਕੇ ਬੰਦਾ ਫਿਰ ਹਾਰ ਜਾਂਦਾ। ਗੁਰੂ ਘਰ ਵਿੱਚ ਨਿਰਮਾਣ ਹੋ ਕੇ ਸੇਵਾ ਕਰਨੀ ਪੈਂਦੀ ਹੈ। ਬੜੇ ਗੁਰਮੁਖ ਜਿਨ੍ਹਾਂ ਨਿਰਮਾਣ ਹੋ ਕੇ ਸੇਵਾ ਕੀਤੀ, ਜਿਨ੍ਹਾਂ ਵਿੱਚ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ, ਸਾਰਾ ਦਿਨ ਗੁਰੂ ਘਰ ਵਿੱਚ ਕੀਰਤਨ ਕਰਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅਤੇ ਜਦੋਂ ਵਿਹਲੇ ਹੋ ਜਾਣਾ ਤਾਂ ਫਿਰ ਇੱਕ ਝਾੜੂ ਅਤੇ ਖੁਰਪਾ ਲੈ ਕੇ, ਇੱਕ ਝੋਲੀ ਗਲ 'ਚ ਪਾ ਕੇ ਇਮਾਰਤਾਂ ਵਿੱਚੋਂ ਕਬੂਤਰਾਂ ਦੀਆਂ ਵਿੱਠਾਂ ਸਾਫ਼ ਕਰਦੇ ਫਿਰਨਾ। ਮੈਂ ਸੇਵਾ ਹੀ ਕਰਨੀ, ਜਿੱਥੇ ਮਿਲ ਗਈ ਉੱਥੇ ਹੀ ਕਰ ਲੈਣੀ, ਆਪਾਂ ਕੋਈ ਹੱਕ ਥੋੜ੍ਹੀ ਜਤਾਉਣਾ ਵੀ ਇੱਥੇ ਹੀ ਖੜਨਾ। ਸੋ ਮਹਾਰਾਜ ਕਹਿੰਦੇ ਨਿਰਮਾਣ ਹੋ ਕੇ ਹਉਮੈ ਮਾਰ ਕੇ ਚੱਲ, ਗੁਰੂ ਦੀ ਰਜਾ ਵਿੱਚ ਚੱਲ। ਹਰ ਵਰ ਰਾਵਹਿ ਸਦਾ ਮੋਈਏ, ਨਿਜ ਘਰ ਵਾਸਾ ਪਾਏ। ਤੇਰੀ ਨਿਰਮਾਣ ਹੋ ਕੇ ਕੀਤੀ ਹੋਈ ਸੇਵਾ ਤੋਂ ਪਰਮਾਤਮਾ ਖੁਸ਼ ਹੋਵੇਗਾ। ਹਰ ਵਰ ਰਾਵਹਿ, ਪ੍ਰਭੂ ਪਰਮਾਤਮਾ ਤੈਨੂੰ ਰਾਵੇਗਾ। ਮਤਲਬ ਇੱਕ ਉੱਦਾਂ ਦੀ ਉਦਾਹਰਣ ਦਿੱਤੀ, ਜਿਵੇਂ ਇੱਕ ਬੱਚੀ ਨੂੰ ਉਹਦਾ ਪਤੀ ਪ੍ਰੇਮ ਨਾਲ ਵਿਆਹ ਕੇ ਲੈ ਕੇ ਜਾਂਦਾ ਨਾ, ਇਵੇਂ ਜੀਵ ਰੂਪ ਆਤਮਾ ਨੂੰ ਪਰਮਾਤਮਾ ਵਰ ਕੇ ਲੈ ਜਾਏਗਾ। ਜਿਹਨੂੰ ਬਾਣੀ ਵਿੱਚ ਆਖਿਆ ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਮਹਾਰਾਜ ਕਹਿੰਦੇ ਪਰਮਾਤਮਾ ਤੈਨੂੰ ਰਾਵੇਗਾ, ਨਿਜ ਘਰ ਵਾਸਾ ਪਾਏ, ਤੇ ਉਸ ਘਰ ਵਿੱਚ ਤੇਰੀ ਆਤਮਾ ਨੂੰ ਲੈ ਜਾਏਗਾ, ਜਿਸ ਘਰ ਨੂੰ ਤੂੰ ਮਾਣ ਨਾਲ ਆਪਣਾ ਘਰ ਕਵੇਂਗਾ।
ਇਹ ਘਰ ਆਪਣੇ ਨਹੀਂ ਹੈ। ਮਹਾਰਾਜ ਜੀ ਕਹਿੰਦੇ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਆ ਕਬਰਸਤਾਨ ਵਿੱਚ ਕਿੰਨੀਆਂ ਕਬਰਾਂ 'ਚ ਕਿੰਨੀਆਂ ਸਰੀਰਾਂ ਨੂੰ ਨੱਪਿਆ ਹੋਇਆ। ਕਦੇ ਵੀ ਵੱਡਿਆਂ ਘਰਾਂ ਦੇ ਮਾਲਕ ਸੀ, ਆਪਾਂ ਨੂੰ ਵੀ ਸੰਸਕਾਰ ਕਰਕੇ ਖਤਮ ਕਰ ਦੇਣਾ। ਸੋ ਮਹਾਰਾਜ ਕਹਿੰਦੇ ਨਿੱਜ ਘਰ ਪ੍ਰਭੂ ਪਰਮਾਤਮਾ ਦਾ ਘਰ ਮਿਲੂਗਾ, ਜਿੱਥੋਂ ਕਦੇ ਵਾਪਸ ਫਿਰ ਗੇੜਾ ਨਹੀਂ ਹੋਵੇਗਾ। ਨਿੱਜ ਘਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ। ਜੇ ਪ੍ਰਭੂ ਪਰਮਾਤਮਾ ਤੈਨੂੰ ਰਾਵੇਗਾ ਨਾ, ਉਹ ਸੁਹਾਗ ਸਦਾ ਸਲਾਮਤ ਰਹੇਗਾ। ਸੰਸਾਰ ਦੇ ਰਿਸ਼ਤੇ 'ਚ ਕਦੇ ਪਤਨੀ ਚਲੀ ਗਈ, ਕਦੇ ਪਤੀ ਚਲਾ ਗਿਆ, ਸਦਾ ਕੋਈ ਇੱਕ ਦੂਜੇ ਨਾਲ ਨਹੀਂ ਨਿਭਦਾ। ਪਰ ਜੀਵ ਰੂਪ ਇਸਤਰੀ ਦਾ ਪਤੀ ਪਰਮਾਤਮਾ, ਮਹਾਰਾਜ ਕਹਿੰਦੇ ਨਿੱਜ ਘਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ। ਨਿੱਜ ਘਰ ਦਾ ਵਾਸਾ, ਸ਼ਬਦ ਦੀ ਵਡਿਆਈ ਤੇ ਸਦਾ ਸੁਹਾਗਣ ਹੋਣ ਦਾ ਜਿਹੜਾ ਸੁੱਖ ਪ੍ਰਾਪਤ ਹੋਵੇਗਾ। ਫਿਰ ਰਲਿਆਲਾ ਜੋਬਨ ਬਾਲਾ ਅਨ ਦਿਨ ਕੰਤ ਸਵਾਰੀ। ਕਹਿੰਦੇ ਜਿਹੜਾ ਪ੍ਰਭੂ ਪਰਮਾਤਮਾ ਹੈ ਉਹਦਾ ਜੋਬਨ ਬਰਕਰਾਰ ਰਹਿਣ ਵਾਲਾ ਹੈ। ਉਹ ਨਾ ਕਦੇ ਬੁੱਢਾ ਹੋ ਕੇ ਇਸ ਸੰਸਾਰ ਤੋਂ ਜਾਵੇਗਾ ਤੇ ਨਾ ਜੀਵ ਰੂਪ ਇਸਤਰੀ ਨੂੰ ਵਿਛੋੜੇ ਦਾ ਦੁੱਖ ਝੱਲਣਾ ਪਵੇਗਾ। ਹਰ ਵਰ ਸੁਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ। ਪ੍ਰਭੂ ਪਰਮਾਤਮਾ ਦਾ ਸੁਹਾਗ ਜਿਹੜਾ ਹੈ, ਮਸਤਕ ਭਾਗੋ, ਮਨੁੱਖ ਦੇ ਮਸਤਕ ਦੇ ਭਾਗ ਉੱਚੇ ਬਣਾ ਦਿੰਦਾ ਹੈ। ਸੱਚੇ ਸ਼ਬਦ ਸੁਹਾਏ, ਜਦੋਂ ਬੰਦਾ ਸੱਚੇ ਸ਼ਬਦ ਨਾਲ ਜੁੜਦਾ, ਭਾਗ ਮਾੜੇ ਵੀ ਹੋਣ, ਸ਼ਬਦ ਨਾਲ ਜੁੜ ਕੇ ਭਾਗ ਵੱਡੇ ਬਣ ਜਾਂਦੇ। ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੈ ਸਤਿਗੁਰ ਭਾਏ। ਕਹਿੰਦੇ ਕਾਮਣ ਜੀਵ ਰੂਪ ਇਸਤਰੀ ਹਰ ਤਰ੍ਹਾਂ ਦਾ ਰੰਗ ਮਾਣੇਗੀ ਜਾਂ ਚੱਲੇ ਸਤਿਗੁਰ ਭਾਏ। ਜੇ ਗੁਰੂ ਦੀ ਰਜਾ ਵਿੱਚ ਚੱਲੇਗੀ ਕੀ ਹੋਵੇਗਾ? ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਇੰਨੀ ਸੇਵਾ ਸੰਗਤ ਜੀ ਪ੍ਰਵਾਨ ਕਰਨੀ। ਥੋੜਾ ਜਿਹਾ ਸਮਾਂ ਸ਼ਬਦ ਲੰਬੇਰਾ ਹੋਣ ਕਰਕੇ ਵੱਧ ਲੱਗ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਆਓ ਦੋ ਤੁਕਾਂ ਪੜ੍ਹ ਕੇ ਫਤਿਹ ਗਿਰਾਈਏ ਜੀ। ਹਰ ਵਰ ਸੁਹਾਗੋ ਮਸਤਕ ਭਾਗੋ ਸੱਚੈ ਸ਼ਬਦ ਸੁਹਾਏ। ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੈ ਸਤਿਗੁਰ ਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।